ਫੋਕਸ ਰਹੇਗਾ ਜੀ ਕਿ ਜਿੱਥੇ ਤਾਂ ਆਈਸ ਜਿਹੜੇ ਹੈਗੇ ਆ ਉਹਨਾਂ ਦੀ ਟੀਮਸ ਫੜ ਰਹੀਆਂ ਨੇ ਜਿਹੜੇ ਲੋਕ ਇਲੀਗਲ ਨੇ ਜਾਂ ਜਿਨ੍ਹਾਂ ਦੇ ਵਰਕ ਵੀਜ਼ਾਸ ਐਕਸਪਾਇਰ ਹੋ ਚੁੱਕੇ ਨੇ, ਪਰ ਹੁਣ ਇਹ ਜਿਹੜਾ ਨਵਾਂ ਇੰਟੈਗ੍ਰਿਟੀ ਫੀਸ ਜਿਹੜੀ ਲਾਈ ਜਾ ਰਹੀ ਹੈ, ਇੰਟੈਗ੍ਰਿਟੀ ਫੀ ਜਿਸ ਨੂੰ ਕਿਹਾ ਜਾ ਰਿਹਾ ਹੈ, ਇਹਦੇ ਬਾਰੇ ਸਾਨੂੰ ਦੱਸੋ ਇਹ ਕੀ ਹੈਗਾ ਜੀ ਤੇ ਇਹਦਾ ਕੀ ਇੰਪੈਕਟ ਪਏਗਾ? Are going to be paying your government fees. B1, B2 is about $160 US, along with no additional $250 ਦੇਣਾ ਪਏਗਾ. And every time ਤੁਸੀਂ ਕੋਈ ਵੀ ਨਵਾਂ ਵੀਜ਼ਾ ਅਪਲਾਈ ਕਰੋਗੇ, anytime, every time, you will have to pay that. ਇਹ ਗੱਲ ਕਰਦੇ ਹਾਂ ਵਿਜ਼ਿਟ ਕਰਕੇ ਆਪਣੀ ਕੰਟਰੀ ਤੋਂ ਵਾਪਸ ਜਾਈਏ, ਠੀਕ ਹੈ? That you've visited US 3 ਮਹੀਨੇ 2 ਮਹੀਨੇ 10 ਦਿਨ, but ਉਸ ਤੋਂ ਬਾਅਦ ਤੁਸੀਂ ਵਾਪਸ ਆ ਗਏ ਹੈਗੇ, so you kept your integrity and the transparency of your visit. So it is to ensure ਵੀ ਜਿਹੜੇ ਉਹ $250 ਹੈਗੇ ਆ ਤੁਸੀਂ you come back. And ਇਹ ਜੋ ਗੱਲ ਹੋ ਰਹੀ ਹੈ, and I'm bringing this up again, everything is being worked out. ਪਰ ਜਦੋਂ ਤੁਸੀਂ ਉੱਥੇ ਵਿਜ਼ਿਟ ਕਰਕੇ ਵਾਪਸ ਆ ਜਾਂਦੇ ਆ, ਤੁਸੀਂ ਉਹ $250 ਦੀ ਰਿਕੁਐਸਟ ਕਰ ਸਕਦੇ ਹੋ। ਕਿਹਾ ਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਪੈਸਾ ਇਕੱਠਾ ਹੋਏਗਾ ਇਹ ਜਿਹੜੇ ਇਹਨਾਂ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਸ ਨੂੰ ਇਹ ਪੈਸੇ ਜਾਣਗੇ ਤਾਂ ਕਿ ਹੋਰ ਉਹ ਇਫੈਕਟਿਵਲੀ ਕੰਮ ਕਰ ਸਕਣ। ਸੋ ਇਸ ਸਮੇਂ ਜੋ ਮਾਹੌਲ ਹੈ ਜੀ, ਜਿਹੜਾ ਡਰ ਬਣਿਆ ਪਿਆ ਉਸ ਦੇ ਵਿੱਚ ਫੜੋ ਫੜਾਈ ਚੱਲ ਰਹੀ ਹੈਗੀ ਹੈ, ਉਸ ਬਾਰੇ ਕੀ ਇੰਪੈਕਟ ਪੈ ਰਿਹਾ ਕੈਨੇਡਾ ਦੇ ਉੱਤੇ ਇਹਦਾ? ਕਿਉਂਕਿ ਆਫ ਕੋਰਸ ਜਿਹੜੇ ਲੋਕ ਤਾਂ ਓਵਰਸਟੇ ਕਰ ਰਹੇ ਸਨ ਉਹਨਾਂ ਨੂੰ ਆਪਣਾ ਡਰ ਹੈ, ਪਰ ਨਾਲ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਉਸ ਕਾਰਨ ਇਕੋਨਮੀ ਜਿਹੜੀ ਹੈ ਉਸ ਨੂੰ ਵੀ ਬੜੀ ਸੱਟ ਵੱਜ ਰਹੀ ਹੈ। ਲੋਕ ਨਹੀਂ ਲੱਭ ਰਹੇ ਕੰਮ ਕਰਨ ਵਾਸਤੇ। ਕਈ ਕੰਮ ਐਸੇ ਨੇ ਜਿਹੜੇ ਕਿ ਸਿਰਫ ਜਿਹੜੇ ਬਾਹਰੋਂ ਆਏ ਹੋਏ ਲੋਕ ਨੇ ਉਹੀ ਜ਼ਿਆਦਾ ਕਰਦੇ ਹੈਗੇ। ਸੋ ਜੇ ਇੱਕ ਕੰਟਰੀ ਕੁਝ ਕਰ ਰਹੀ ਹੈ, ਆਫ ਕੋਰਸ ਜਿਹੜੀ ਸਾਹਮਣੇ ਵਾਲੀ ਕੰਟਰੀ ਹੈ which means Canada, we have to then also do some sort of impact. ਪਰ ਜੋ ਸਾਡੇ ਇੰਪੈਕਟਸ ਹੈਗੇ they're not as severe. ਆਪਾਂ ਥੋੜੇ ਜਿਹੀ humanitarian basis ਤੇ ਚੱਲਦੇ ਹੈਗੇ, ਪਰ ਇਨਫੈਕਟਸ ਹੋ ਰਹੇ ਆ ਕਿਉਂਕਿ ਵੀਜ਼ਾ ਇਸ਼ੂਅੰਸ ਉਹਨਾਂ ਨੇ ਨੰਬਰਸ ਡਾਊਨ ਲੈ ਕੇ ਆਉਣੇ ਹੈਗੇ ਆ। Detentions, deportations, along with removals, along with refusals are at an uptick. So approvals are ਥੱਲੇ moving again, and refusals and all of that is becoming more and more evident. ਜਿਹਨੂੰ ਵੀਜ਼ਾ ਦੇਣਾ, ਜਿਹਨੂੰ ਨਹੀਂ ਵੀਜ਼ਾ ਦੇਣਾ, ਥੋੜੀ ਜਿਹੀ ਸਖਤੀ ਬਹੁਤ ਵਧੀ ਰਹੀ ਹੈ। ਅਸੀਂ ਕਿ ਕੈਨੇਡਾ ਵੀ ਪਹਿਲਾਂ ਕੰਸੀਡਰ ਕੀਤੇ ਨੇ ਉਹਨਾਂ ਟੂਲਸ, ਜਿਵੇਂ ਕਿ ਇਹ ਵੀਜ਼ਾ ਇੰਟੈਗ੍ਰਿਟੀ ਫੀ ਹੈ, ਸਪੈਸ਼ਲੀ ਜਿਹੜਾ ਹਾਈ ਨੰਬਰ ਆਫ ਅਸਾਈਲਮ ਕਲੇਮਸ ਨੇ ਸਪੈਸੀਫਿਕ ਕੰਟਰੀਜ਼ ਤੋਂ, ਉਹਦੇ ਵਿੱਚ ਇੰਡੀਆ ਦਾ ਵੀ ਨਾਂ ਆਉਂਦਾ ਹੈ। ਪਾਸਟ ਵਿੱਚ ਮੈਕਸੀਕੋ ਅਤੇ ਰੋਮਾਨੀਆ ਨੇ ਜਿਹੜੇ ਨੇ ਇਹਨਾਂ ਨੇ ਫੇਸ ਕੀਤੇ ਸੀ ਟੈਂਪਰੇਰੀ ਵੀਜ਼ਾ ਰਿਸਟ੍ਰਿਕਸ਼ਨਸ ਜਾਂ ਇਨਕਰੀਜ਼ ਸਕਰੂਟਨੀ, ਅਤੇ ਹੁਣ ਭਾਰਤ ਜੋ ਹੈ ਕਿਹਾ ਜਾ ਰਿਹਾ ਇਹ ਵੀ ਸਕਰੂਟਨੀ ਫੇਸ ਕਰ ਸਕਦਾ ਹੈ ਕਿਉਂਕਿ ਅਸਾਈਲਮ ਕਲੇਮਸ ਜਾਂ ਵੀਜ਼ਾ ਓਵਰਸਟੇਜ਼ ਜਿਹੜੇ ਹੈਗੇ ਨੇ ਉਹ ਕਾਫੀ ਜ਼ਿਆਦਾ ਕੈਨੇਡੀਅਨ ਅਥਾਰਟੀਜ਼ ਦੇ ਸਾਹਮਣੇ ਆ ਰਹੇ ਨੇ। ਸੋ ਕੈਨੇਡਾ ਆਲਸੋ ਕੈਨ ਫੋਲੋ ਦ ਸੇਮ ਫੁੱਟ ਸਟੈਪਸ। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਵੱਡੇ ਚੇਂਜਸ ਆ ਰਹੇ ਨੇ ਜੀ, ਅਤੇ ਉਸ ਦੇ ਅਧੀਨ ਇੱਕ ਨਵਾਂ ਜਿਹੜਾ ਬਿੱਲ ਲਿਆਂਦਾ ਗਿਆ ਜਿਸ ਦਾ ਨਾਂ ਹੈ ਵਨ ਬਿਗ ਬਿਊਟੀਫੁਲ ਬਿੱਲ ਐਕਟ। ਉਸ ਦੇ ਅਧੀਨ ਹੁਣ ਕੈਨੇਡੀਅਨ PRs ਨੂੰ ਅਮਰੀਕਾ ਜਾਣ ਵਾਸਤੇ ਇੱਕ ਵੱਖਰੀ ਫੀਸ ਵੀ ਦੇਣਾ ਪਏਗੀ। ਸੋ ਇਸ ਬਿੱਲ ਦੇ ਅਧੀਨ ਕੀ ਕੁਝ ਚੇਂਜਸ ਹੈਗੇ ਨੇ, ਇਹ ਫੀਸ ਕੀ ਹੈਗੀ ਹੈ, ਇਸ ਦਾ ਕੀ ਇੰਪੈਕਟ ਪਏਗਾ, ਆਓ ਇਹਨਾਂ ਚੀਜ਼ਾਂ ਉੱਤੇ ਗੱਲਬਾਤ ਕਰਦੇ ਹਾਂ ਅਸੀਂ ਨੀਰਾ ਅਗਨੀਹੋਤਰੀ ਜੀ ਨਾਲ, ਜਿਹੜੇ ਕਿ ਇੱਕ ਸਰਟੀਫਾਈਡ ਇਮੀਗ੍ਰੇਸ਼ਨ ਐਕਸਪਰਟ ਨੇ। ਨੀਰਾ ਜੀ, ਜੀ ਆਇਆਂ ਨੂੰ, ਵੈਲਕਮ। ਥੈਂਕ ਯੂ ਹਰਪ੍ਰੀਤ ਜੀ। ਸੋ ਇਹ ਜਿਹੜਾ ਬਿੱਲ ਹੈਗਾ ਜੀ, ਇਸ ਦੇ ਉੱਤੇ ਤੇ ਬਹੁਤ ਸਾਰੇ ਚੇਂਜਸ ਨੇ ਜਿਹੜੇ ਕਿ ਇਹ ਬਿੱਲ ਖਾਸ ਤੌਰ ਦੇ ਉੱਤੇ ਇਮੀਗ੍ਰੇਸ਼ਨ ਨੂੰ ਲੈ ਕੇ ਕਰਨ ਜਾ ਰਿਹਾ ਹੈ। ਪਰ ਅੱਜ ਮੇਰਾ ਫੋਕਸ ਰਹੇਗਾ ਜੀ ਕਿ ਜਿੱਥੇ ਤਾਂ ਆਈਸ ਜਿਹੜੇ ਹੈਗੇ ਆ ਉਹਨਾਂ ਦੀ ਟੀਮਸ ਫੜ ਰਹੀਆਂ ਨੇ ਜਿਹੜੇ ਲੋਕ ਇਲੀਗਲ ਨੇ ਜਾਂ ਜਿਨ੍ਹਾਂ ਦੇ ਵਰਕ ਵੀਜ਼ਾਸ ਐਕਸਪਾਇਰ ਹੋ ਚੁੱਕੇ ਨੇ, ਪਰ ਹੁਣ ਇਹ ਜਿਹੜਾ ਨਵਾਂ ਇੰਟੈਗ੍ਰਿਟੀ ਫੀਸ ਜਿਹੜੀ ਲਾਈ ਜਾ ਰਹੀ ਹੈ, ਇੰਟੈਗ੍ਰਿਟੀ ਫੀ ਜਿਸ ਨੂੰ ਕਿਹਾ ਜਾ ਰਿਹਾ ਹੈ, ਇਹਦੇ ਬਾਰੇ ਸਾਨੂੰ ਦੱਸੋ ਇਹ ਕੀ ਹੈਗਾ ਜੀ ਤੇ ਇਹਦਾ ਕੀ ਇੰਪੈਕਟ ਪਏਗਾ? ਸੋ ਇਹ ਜਿਹੜੀ ਫੀਸ ਹੈਗੀ ਉਹਨਾਂ ਨੇ ਇੰਪਲੀਮੈਂਟ ਕਰ ਰਹੇ ਆ ਰਾਈਟ ਨਾਓ। ਸੋ ਜਦੋਂ ਵੀ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਨਾ, ਵਿਜ਼ਟਰ, ਵਰਕਰ, ਸਟੂਡੈਂਟ, ਜਿਹੜੀ ਤੁਹਾਡੀ ਗਵਰਨਮੈਂਟ ਫੀਸ ਹੈਗੀ ਆ ਉਹ ਤਾਂ ਆਪਾਂ ਦੇਣੀ ਆ, ਪਰ ਉਸ ਤੋਂ ਇਲਾਵਾ $250 ਦੇਣੇ ਪੈਣੇ ਉਹਦੇ ਲਈ। ਸੋ ਯੂ ਆਰ ਗੋਇੰਗ ਟੂ ਬੀ ਪੇਇੰਗ ਯਰ ਗਵਰਨਮੈਂਟ ਫੀਸ। B1, B2 is about $160 US, along with no additional $250 ਦੇਣਾ ਪਏਗਾ। And every time ਤੁਸੀਂ ਕੋਈ ਵੀ ਨਵਾਂ ਵੀਜ਼ਾ ਅਪਲਾਈ ਕਰੋਗੇ, anytime, every time, you will have to pay that the fee of $250. ਜਿਹੜੇ visa exempted countries are like Canadians, you don't have to pay that because we do not need to apply for a visa. But this is ਜਦੋਂ ਆਪਾਂ visa apply ਕਰਾਂਗੇ ਉਸ time ਤੇ they will be asking for $250. ਜੀ, ਸੋ ਇਹ ਸਿਰਫ ਕੈਨੇਡਾ ਦੇ ਉੱਤੇ ਲਾਗੂ ਨਹੀਂ ਹੋਇਆ ਬਲਕਿ ਸਾਰੇ ਮੁਲਕਾਂ ਦੇ ਉੱਤੇ ਲਾਗੂ ਹੋ ਗਿਆ। ਜਿਹੜਾ ਵੀ ਵਿਅਕਤੀ ਟੂਰਿਸਟ ਵੀਜ਼ੇ ਲਈ ਜਾਂ ਹੋਰ ਵੀਜ਼ਾਸ ਲਈ ਅਪਲਾਈ ਕਰ ਰਿਹਾ ਹੈ ਉਸ ਨੂੰ $250 ਐਕਸਟਰਾ ਪੇ ਕਰਨੇ ਪੈਣਗੇ। Correct.
ਹਾਂਜੀ ਆਲਰੇਡੀ ਅਸੀਂ ਦੇਖ ਰਹੇ ਜੀ ਇਮੀਗ੍ਰੇਸ਼ਨ ਵਿੱਚ ਜਿਹੜੇ ਚੇਂਜਸ ਲਿਆਂਦੇ ਗਏ ਨੇ ਉਹਦੇ ਅਧੀਨ ਕਾਫੀ ਤਰਥੱਲੀ ਮਚ ਪਈ ਹੈ ਅਮਰੀਕਾ ਦੇ ਵਿੱਚ। ਸੋ ਇਹ ਲਿਆਉਣ ਦਾ ਕੀ ਮਕਸਦ ਹੋ ਸਕਦਾ ਹੈਗਾ? ਮਕਸਦ ਜੇ ਤੁਸੀਂ ਸੋਚੋ ਜਿਹੜੀ ਸੋ ਇਹਦੇ ਵਿੱਚ ਹੈਗਾ ਵੀ ਯੂ ਹੈਵ ਪ੍ਰੈਮਿਸਿਸ ਟੂ ਗੈਟ ਦਿਸ ਫੀਡਬੈਕ, ਸੋ ਇਹ everything is being ironed out, ਹਜੇ ਉਹਨਾਂ ਦਾ ਕੁਝ ਹੋਇਆ ਨਹੀਂ ਹੈਗਾ। ਸੋ ਇਹਦਾ ਮਕਸਦ ਕੀ ਹੈ? ਇਟਸ ਐਨ ਇੰਟੈਗ੍ਰਿਟੀ ਫੀ। ਆਰ ਇੰਟੈਗ੍ਰਿਟੀ ਐਜ਼ ਅ ਵਿਜ਼ਿਟਰ, ਆਪਾਂ ਹਮੇਸ਼ਾ ਇਹ ਗੱਲ ਕਰਦੇ ਹਾਂ ਵਿਜ਼ਿਟ ਕਰਕੇ ਆਪਣੀ ਕੰਟਰੀ ਤੋਂ ਵਾਪਸ ਜਾਈਏ, ਠੀਕ ਹੈ। ਦੈਟ ਯੂ ਵਿਜ਼ਿਟਡ US 3 ਮਹੀਨੇ 2 ਮਹੀਨੇ 10 ਦਿਨ, but ਉਸ ਤੋਂ ਬਾਅਦ ਤੁਸੀਂ ਵਾਪਸ ਆ ਗਏ ਹੈਗੇ, so you kept your integrity and the transparency of your visit. So it is to ensure ਵੀ ਜਿਹੜੇ ਉਹ $250 ਹੈਗੇ ਆ ਤੁਸੀਂ you come back. And ਇਹ ਜੋ ਗੱਲ ਹੋ ਰਹੀ ਹੈ, and I'm bringing this up again, everything is being worked out. ਪਰ ਜਦੋਂ ਤੁਸੀਂ ਉੱਥੇ ਵਿਜ਼ਿਟ ਕਰਕੇ ਵਾਪਸ ਆ ਜਾਂਦੇ ਆ, ਤੁਸੀਂ ਉਹ $250 ਦੀ ਰਿਕੁਐਸਟ ਕਰ ਸਕਦੇ ਵਾਪਸ ਦੇਣ ਦੀ। So you're saying, well, we'll visit our country, pay $250, we will maybe refund that $250 ਜੇ ਤੁਸੀਂ ਵਾਪਸ ਆ ਗਏ ਟਾਈਮ ਸਿਰ। ਬਟ ਨੀਰਜ ਜੀ, $250 ਇਜ਼ ਨਾਟ ਅ ਬਿਗ ਅਮਾਊਂਟ। ਕੋਈ ਇਹ ਤਾਂ ਹੈ ਨਹੀਂ ਕਿ ਲੱਖਾਂ ਦੇ ਡਾਲਰ ਮੰਗ ਰਹੇ ਨੇ। ਸੋ ਇਹਦੀ ਕੀ ਸੈਂਸ ਬਣਦੀ ਹੈਗੀ? ਇਹ ਕੀ ਡੈਟਰ ਕਰਨ ਲਈ ਹੈਗਾ ਲੋਕਾਂ ਨੂੰ ਕਿ ਤੁਸੀਂ ਅਪਲਾਈ ਨਾ ਕਰੋ ਵੀਜ਼ਾਸ ਲਈ ਅਮਰੀਕਾ ਲਈ, ਜਾਂ ਕੁਝ ਹੋਰ ਕਾਰਨ ਹੋ ਸਕਦਾ ਹੈ? Money, incoming money. Deter ਤਾਂ ਕਿਸੇ ਨੇ ਖਾਣਾ ਨਹੀਂ ਹੈਗਾ $250 ਪਿੱਛੇ। I don't think so। ਜੇ ਬਸ ਜਾਣਾ ਤਾਂ ਜਾਏਗਾ। Deter ਤਾਂ ਉਸ ਬੰਦਾ ਹੋਗਾ ਜਿਨ੍ਹਾਂ ਕੋਲੇ ਸੱਚੀ ਅਸਲ 'ਚ ਪੈਸੇ ਨਹੀਂ ਹੈਗੇ। Simply they cannot afford it. But $250 is not a big amount ਜੇ ਤੁਸੀਂ ਮੈਨੂੰ ਕਿਹਾ ਹਟੇ ਹੈਗੇ ਆ। ਹੋਰ ਕੀ ਇਹਦਾ ਹੋ ਸਕਦਾ? It is the integrity of the system ਜੋ ਇਹ ਕਹਿ ਰਹੇ ਹੈਗੇ ਆ, plus it's additional income coming in. So 250 times a million people that may apply for a US visa is quite a bit. And ਉਹਦੇ ਵਿੱਚੋਂ ਕਿਤੇ ਮੋੜਨੇ ਕਿਤੇ ਨਹੀਂ ਮੋੜਨੇ is another thing. So those resources obviously ਉਹਦੇ ਵਿੱਚ ਜਾਣਗੇ ਜਿਹੜੇ ICE ਕੰਮ ਕਰ ਰਹੇ ਆ, ਉਹਨਾਂ ਦੀ immigration departments ਕੰਮ ਕਰਦੇ। It's additional funds, revenue for them to put into their budgets, is my thought, is what I'm thinking. ਜੀ। ਐਂਡ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਪੈਸਾ ਇਕੱਠਾ ਹੋਏਗਾ, ਇਹ ਜਿਹੜੇ ਇਹਨਾਂ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਸ ਨੂੰ ਇਹ ਪੈਸੇ ਜਾਣਗੇ ਤਾਂ ਕਿ ਹੋਰ ਉਹ ਇਫੈਕਟਿਵਲੀ ਕੰਮ ਕਰ ਸਕਣ। ਸੋ ਇਸ ਸਮੇਂ ਜੋ ਮਾਹੌਲ ਹੈ ਜੀ, ਜਿਹੜਾ ਡਰ ਬਣਿਆ ਪਿਆ ਉਸ ਦੇ ਵਿੱਚ ਫੜੋ ਫੜਾਈ ਚੱਲ ਰਹੀ ਹੈਗੀ ਹੈ, ਉਸ ਬਾਰੇ ਕੀ ਇੰਪੈਕਟ ਪੈ ਰਿਹਾ ਕੈਨੇਡਾ ਦੇ ਉੱਤੇ ਇਹਦਾ? ਕਿਉਂਕਿ ਆਫਕੋਰਸ ਜਿਹੜੇ ਲੋਕ ਤਾਂ ਓਵਰਸਟੇ ਕਰ ਰਹੇ ਸਨ, ਉਹਨਾਂ ਨੂੰ ਆਪਣਾ ਡਰ ਹੈ, ਪਰ ਨਾਲ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਉਸ ਕਾਰਨ ਇਕੋਨਮੀ ਜਿਹੜੀ ਹੈ ਉਸ ਨੂੰ ਵੀ ਬੜੀ ਸੱਟ ਵੱਜ ਰਹੀ ਹੈ। ਲੋਕ ਨਹੀਂ ਲੱਭ ਰਹੇ ਕੰਮ ਕਰਨ ਵਾਸਤੇ। ਕਈ ਕੰਮ ਐਸੇ ਨੇ ਜਿਹੜੇ ਕਿ ਉਹ ਸਿਰਫ ਜਿਹੜੇ ਬਾਹਰੋਂ ਆਏ ਹੋਏ ਲੋਕ ਨੇ ਉਹੀ ਜ਼ਿਆਦਾ ਕਰਦੇ ਹੈਗੇ ਨੇ। ਸੋ ਉਹ ਇੰਪੈਕਟ ਜਿਹੜਾ ਉਹਦਾ ਕੋਈ ਕੈਨੇਡਾ 'ਤੇ ਵੀ ਅਸਰ ਪੈ ਰਿਹਾ? Of course ਪੈ ਰਿਹਾ ਹਰਪ੍ਰੀਤ ਜੀ, it's a retro effect, right? ਜਿਹੜੇ ਡੋਮਿਨੋਸ ਹੁੰਦੇ, ਇੱਕ ਡੋਮਿਨੋ ਡਿੱਗਦਾ ਸਾਰੀਆਂ ਕੰਟਰੀਜ਼ ਨੀਚੇ ਜਾਂਦੇ ਆ। ਸੋ ਜੋ ਰਾਈਟ ਨਾਓ ਹੋ ਰਿਹਾ ਹੈਗਾ, ਸਖਤੀ ਹੋ ਰਹੀ ਹੈ ਇਮੀਗ੍ਰੇਸ਼ਨ ਦੇ ਵਿੱਚ, ਜਿਹੜੀਆਂ ਆਪਣੀਆਂ ਕੰਟਰੀਜ਼ ਹੈਗੀ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਰਪ, USA are becoming very strict. Okay, so at this moment ਕੱਲ੍ਹ ਕੈਨੇਡਾ ਨਹੀਂ ਸਟ੍ਰਿਕਟ ਹੋ ਰਿਹਾ, ਪਰ ਜਿਹੜੇ ਉਹਦੀ ਪ੍ਰੋਵੀਜ਼ਨਸ ਹੈਗੇ, ਸੋ ਜੇ ਇੱਕ ਕੰਟਰੀ ਕੁਝ ਕਰ ਰਹੀ ਹੈ, of course ਜਿਹੜੀ ਸਾਹਮਣੇ ਵਾਲੀ ਕੰਟਰੀ ਹੈ, which means Canada, we have to then also do some sort of impact. ਪਰ ਜੋ ਸਾਡੇ impacts ਹੈਗੇ, they're not as severe. ਆਪਾਂ ਥੋੜੀ ਜਿਹੀ humanitarian basis ਤੇ ਚੱਲਦੇ ਹੈਗੇ ਆ, ਪਰ impacts ਹੋ ਰਹੇ ਆ ਕਿਉਂਕਿ visa issuance ਉਹਨਾਂ ਨੇ numbers down ਲੈ ਕੇ ਆਉਣੇ ਹੈਗੇ ਆ। Detentions, deportations, along with removals, along with refusals, are at an uptick. So approvals are looking again, and refusals and all of that is becoming more and more evident. ਜਿਹਨੂੰ visa ਦੇਣਾ, ਜਿਹਨੂੰ ਨਹੀਂ visa ਦੇਣਾ, ਥੋੜਾ ਜਿਹਾ ਸਖਤੀ ਬਹੁਤ ਵਧੀ ਰਹੀ ਹੈ। ਸੋ ਜੋ US ਦੇ ਵਿੱਚ ਹੈਗਾ, but also ਇੱਕ ਹੋਰ ਚੀਜ਼ ਹੈਗੀ ਆ ਜੋ US ਕਰ ਰਿਹਾ on the opposite end, ਆਪਾਂ ਇੱਦਾਂ ਕਰਨਾ ਨਹੀਂ ਚਾਹੁੰਦੇ, and I don't think our system, right? We don't want to create fear in people. So Canada is a different type of a country जो ये fear नहीं create करना चाहिए, and at that way balance कितने ना कितने लपेगी, how the balance is up. ਪਰ ਇਸ ਦਾ ਮਤਲਬ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਇੰਪੈਕਟ ਪੈਂਦਾ ਹੈ, ਤਾਂ ਕੈਨੇਡਾ ਵਰਗੇ ਮੁਲਕ ਵੀ ਜਿਹੜੇ ਨੇ ਉਹ ਵੀ ਇਹ ਵੀਜ਼ਾ ਇੰਟੈਗ੍ਰਿਟੀ ਫੀ ਲਾ ਸਕਦੇ ਨੇ? ਕਿਉਂਕਿ ਮੈਂ ਪੜ੍ਹ ਰਿਹਾ ਸੀ ਜਿੱਥੇ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਵੀ ਪਹਿਲਾਂ ਕੰਸੀਡਰ ਕੀਤੇ ਨੇ ਉਹਨਾਂ ਟੂਲਸ, ਜਿਵੇਂ ਕਿ ਇਹ ਵੀਜ਼ਾ ਇੰਟੈਗ੍ਰਿਟੀ ਫੀ ਹੈ, ਸਪੈਸ਼ਲੀ ਜਿਹੜਾ ਹਾਈ ਨੰਬਰ ਆਫ ਅਸਾਈਲਮ ਕਲੇਮਸ ਨੇ ਸਪੈਸੀਫਿਕ ਕੰਟਰੀਜ਼ ਤੋਂ, ਉਹਦੇ ਵਿੱਚ ਇੰਡੀਆ ਦਾ ਵੀ ਨਾਂ ਆਉਂਦਾ ਹੈ। ਪਾਸਟ ਵਿੱਚ ਮੈਕਸੀਕੋ ਅਤੇ ਰੋਮਾਨੀਆ ਨੇ ਜਿਹੜੇ ਨੇ ਇਹਨਾਂ ਨੇ ਫੇਸ ਕੀਤੇ ਸੀ ਟੈਂਪਰਰੀ ਵੀਜ਼ਾ ਰਿਸਟ੍ਰਿਕਸ਼ਨਸ ਜਾਂ ਇਨਕਰੀਜ਼ ਸਕਰੂਟਨੀ, ਅਤੇ ਹੁਣ ਭਾਰਤ ਜੋ ਹੈ ਕਿਹਾ ਜਾ ਰਿਹਾ ਇਹ ਵੀ ਸਕਰੂਟਨੀ ਫੇਸ ਕਰ ਸਕਦਾ ਹੈ ਕਿਉਂਕਿ ਅਸਾਈਲਮ ਕਲੇਮਸ ਜਾਂ ਵੀਜ਼ਾ ਓਵਰਸਟੇਜ਼ ਜਿਹੜੇ ਹੈਗੇ ਨੇ ਉਹ ਕਾਫੀ ਜ਼ਿਆਦਾ ਕੈਨੇਡੀਅਨ ਅਥਾਰਟੀਜ਼ ਦੇ ਸਾਹਮਣੇ ਆ ਰਹੇ ਨੇ। ਸੋ ਕੈਨੇਡਾ ਆਲਸੋ ਕੈਨ ਫੋਲੋ ਦ ਸੇਮ ਫੁੱਟ ਸਟੈਪਸ?
Of course they can. Why wouldn't they? Right? This additional income, जो resources लग रहे हैं, जो नहीं लग रहे हैं, why not? क्योंकि ये ਜਿਹੜੀ integrity fee हैगी है, as Canada Immigration have previously discussed with that, they can change and mend the rules as they please. So they'll see, of course they can. They can. Yes, they can. Will they do it? I don't know. But can they do it? Yes. ਅਗੇਨ ਜੀ ਜਿੱਥੇ ਤੁਸੀਂ ਦੱਸਿਆ ਕਿ ਇਹਦੇ ਕਿੱਥੇ ਕਿੱਥੇ ਇਹ ਪੈਸੇ ਲੱਗ ਸਕਦੇ ਨੇ, ਉਹਦੇ 'ਚ ਕਿਹਾ ਜਾ ਰਿਹਾ ਕਿ ਇਹ ਡਿਸਕਰੇਜ ਕਰੇਗੀ ਵੀਜ਼ਾ ਅਬਿਊਜ਼, ਕਾਸਟ ਰਿਕਵਰੀ ਹੋਏਗੀ, ਕੁਝ ਪੈਸਾ ਵਾਪਸ ਸਰਕਾਰ ਨੂੰ ਆਏਗਾ, ਫੇਅਰਨੈਸ ਪ੍ਰਮੋਟ ਕਰੇਗੀ, ਜਿਸ ਦੇ ਵਿੱਚ ਕਿ ਇਹ ਸ਼ਿਫਟ ਕਰੇਗੀ ਫਾਈਨੈਂਸ਼ੀਅਲ ਬਰਡਨ ਐਪਲੀਕੈਂਟਸ ਦਾ ਫਰਮ ਹਾਈ ਰਿਸਕ ਰੀਜਨਸ, ਇੰਸਟੈਡ ਕਿ ਟੈਕਸ ਪੇਸ ਤੋਂ ਦਾ ਬਰਡਨ ਪਵੇ, ਅਤੇ ਇੰਪਰੂਵ ਕਰੇਗੀ ਨੈਸ਼ਨਲ ਸਿਕਿਉਰਿਟੀ ਵੀ, ਕਿਉਂਕਿ ਉਹ ਪੈਸਾ ਜਿਹੜਾ ਇਕੱਠਾ ਕੀਤਾ ਜਾਏਗਾ ਉਹ ਬਾਰਡਰ ਸਿਕਿਉਰਿਟੀ, ਇਨਫੋਰਸਮੈਂਟ ਜਾਂ ਇੰਟੈਗਰਿਟੀ ਜੋ ਹੈ ਵੀਜ਼ਾ ਸਿਸਟਮ ਦੇ ਉਸ 'ਤੇ ਲਾਇਆ ਜਾਏਗਾ। ਜਦ ਕਿ ਡਿਸਐਡਵਾਂਟੇਜਸ ਵਿੱਚ ਕਿਹਾ ਜਾ ਰਿਹਾ ਕਿ ਡਿਸਕ੍ਰਿਮੀਨੇਸ਼ਨ ਅਤੇ ਡਿਪਲੋਮੈਟਿਕ ਟੈਂਸ਼ਨਸ ਕ੍ਰੀਏਟ ਹੋ ਸਕਦੀਆਂ ਨੇ ਮੁਲਕਾਂ ਦੇ ਵਿੱਚ, ਬਰਡਨ ਜੋ ਹੈ ਜੈਨੂਇਨ ਟਰੈਵਲਰਸ 'ਤੇ ਪੈ ਜਾਂਦਾ ਹੈ ਕਿ ਅਨਨੈਸੈਸਰੀ ਜਿੱਥੇ ਉਹ ਵੀਜ਼ਾ ਲੈ ਰਹੇ ਨੇ ਨਾਲ ਇਹ ਐਕਸਟਰਾ ਫੀਸ ਵੀ ਦੇ ਰਹੇ ਨੇ, ਅਤੇ ਬੈਰੀਅਰ ਹੋ ਸਕਦੀ ਹੈ ਜੀ ਮੋਬਿਲਿਟੀ ਨੂੰ ਵੀ, ਅਤੇ ਇਸ ਦਾ ਇਫੈਕਟਿਵਨੈਸ ਦੀ ਜਿੱਥੇ ਗੱਲ ਆਉਂਦੀ ਹੈ ਕਿਉਂਕਿ ਅਨਕਲੀਅਰ ਹੈਗਾ ਅਜੇ ਤੱਕ ਕੋਈ ਪਤਾ ਨਹੀਂ, ਅਜੇ ਸਿਰਫ ਇੱਕ ਬਰੋਡ ਗਾਈਡਲਾਈਨਸ ਆਈਆਂ ਨੇ, ਕਿਵੇਂ ਇਨਫੋਰਸ ਹੋਏਗੀ, ਕਿਵੇਂ ਇਸ ਦਾ ਇੰਪੈਕਟ ਪਏਗਾ ਇਹ ਸਮਾਂ ਹੀ ਦੱਸੇਗਾ, ਅਤੇ ਪੋਲੀਟੀਕਲੀ ਇਹ ਬੈਕਫਾਇਰ ਵੀ ਹੋ ਸਕਦੀ ਹੈ। ਸੋ ਨੀਰਜ ਜੀ 1 ਅਕਤੂਬਰ 2025 ਤੋਂ ਇਹ ਇਨਫੋਰਸ ਹੋਣ ਜਾ ਰਿਹਾ ਜੀ, ਅਤੇ ਅਗੇਨ ਅਜੇ ਹੋਰ ਕੀ ਚੇਂਜਸ ਆਉਣਗੇ ਅਮਰੀਕਨ ਇਮੀਗ੍ਰੇਸ਼ਨ ਸਿਸਟਮ ਵਿੱਚ ਉਸ ਬਾਰੇ ਵੀ ਪਤਾ ਨਹੀਂ, ਪਰ ਜਿਹੜੀ ਫੜੋ ਫੜਾਈ ਚੱਲ ਰਹੀ ਹੈ ਜੀ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਠੰਡ ਪਏਗੀ ਜਾਂ ਉਹ ਇਸੇ ਤਰੀਕੇ ਨਾਲ ਹੀ ਉਹ ਜਿਸ ਤਰ੍ਹਾਂ ਹੁਣ ਇੱਕ ਕੈਂਪੇਨ ਚੱਲ ਰਿਹਾ ਹੈਗਾ ਉਹ ਕੰਟੀਨਿਊ ਰਹੇਗਾ ਜਦ ਤੱਕ ਮਿਸਟਰ ਟਰੰਪ ਰਹਿੰਦੇ ਨੇ? ਲੱਗਦਾ ਤਾਂ ਹੈਗਾ ਇਸ ਤਰ੍ਹਾਂ ਹੈਪੀ ਹੀ ਹੈਜ਼ ਐਨ ਏਜੰਡਾ ਐਂਡ ਹੀ ਇਜ਼ ਇਰਾਡਿਕ, ਕੁਛ ਨਹੀਂ ਪਤਾ ਇਹਨੇ ਕੱਲ ਨੂੰ ਕੀ ਕਰਨਾ ਕੀ ਕਰਨਾ। What his agenda? He's fearless. He's a man that has no fear. And ਜੋ ਇਹ ਕਰ ਰਿਹਾ ਹੈਗਾ cleaning up the system, bringing money back into the US, doing all of that, ਇਹ but at the end ਜੋ ਤੁਸੀਂ ਪੱਲਾ ਕਿਹਾ ਸੀਗਾ without immigration, Canada and US are really not. We are immigration based, right? So the way ਜੋ ਇਹ ਦਿਖਾ ਰਿਹਾ, ਜੋ ਇਹਨੇ dominated ਕਰਦੇ ਤੇ living all the long week in here, it's crazy. And for excuse ਨਹੀਂ ਉੱਥੇ ਕਦੇ ਆਪਾਂ ਕੈਮਰਾ ਦੀ ਗੱਲ ਕਰ ਰਹੇ ਵੀ ਸਾਨੂੰ ਇੱਥੇ ਸਮਝ ਆ ਰਹੀ ਇੱਥੇ ਤਾਂ ਬਿਲਕੁਲ ਨਹੀਂ ਸਮਝ ਆ ਰਹੀ। Everybody is approachable, nobody wants to go to US. And English ਜੋ ਵੀ ਇਹ ਕਰ ਰਿਹਾ ਨਜ਼ਰ, it is having a negative impact on the rest of the world as well. Our immigration systems, our people who wants to come into Canada, who wants to go to the US, it will farm down hoਏਗਾ ਕਿ ਨਹੀਂ, I don't know. I can't tell you anything. ਵੈਲ ਥੈਂਕ ਯੂ ਵੈਰੀ ਮਚ ਫॉर ਯੋਰ ਪਰਸਪੈਕਟਿਵ। ਇਹ ਜਿਹੜਾ ਨਵਾਂ ਵੀਜ਼ਾ ਇੰਟੈਗ੍ਰਿਟੀ ਫੀਲ ਹੈਗਾ ਜਿਸ ਸੰਬੰਧ ਵਿੱਚ ਲੋਕਾਂ ਨੂੰ ਜਿਹੜੀ ਜਾਣਕਾਰੀ ਮਿਲੇਗੀ ਉਸ ਤੋਂ ਜਿਸਨੇ ਵੀ ਅਪਲਾਈ ਕਰਨਾ ਉਹ ਤਾਂ ਕਰਨਾ ਹੀ ਕਰਨਾ ਹੈ, ਪਰ ਡੈਫੀਨੇਟਲੀ ਇਸ ਦਾ ਕੀ ਐਡਵਾਂਟੇਜ ਹੈ ਡਿਸਐਡਵਾਂਟੇਜ ਜਿਹੜੇ ਅਸੀਂ ਡਿਸਕਸ ਕੀਤੇ ਨੇ, ਅਗੇਨ ਇਹ ਸਮਾਂ ਹੀ ਦੱਸੇਗਾ ਕਿ ਇਸ ਦਾ ਬੈਨੀਫਿਟ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ। ਸਮਾਂ ਕੱਢ ਕੇ ਜੀ ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ ਫॉर ਯੋਰ ਟਾਈਮ। Thank you. ਸੋ ਇਹ ਸਨ ਜੀ ਨੀਰਾ ਅਗਨੀਹੋਤਰੀ ਜੀ, ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ, ਜਿਹੜੇ ਕਿ ਵੀਜ਼ਾ ਇੰਟੈਗ੍ਰਿਟੀ ਫੀ ਬਾਰੇ ਤੁਹਾਨੂੰ ਦੱਸਿਆ ਹੈਗਾ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ। ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ। ਫਿਰ ਮੁਲਾਕਾਤ ਕਰਾਂਗੇ। ਹੈਵ ਅ ਵੰਡਰਫੁਲ ਡੇ।